ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਵਨ ਬਾਣੀ ਸੁਖਮਨੀ ਸਾਹਿਬ ਜੀਆਂ ਦੀ ਚੌਥੀ ਅਸ਼ਟਪਦੀ ਦੇ ਆਰੰਭ ਵਿੱਚ ਜੋ ਸ਼ਲੋਕ ਆਉਂਦਾ ਹੈ, ਸ਼ਲੋਕ ਵਿੱਚ ਫਰਮਾਨ ਕਰਦੇ ਹਨ, ਸ਼ਲੋਕ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਹੇ ਅਣਜਾਣ, ਨਿਰਗੁਣਿਆਰ ਦਾ ਮਤਲਬ ਹੈ ਗੁਣਹੀਨ, ਇਆਨਿਆ ਦਾ ਮਤਲਬ ਹੈ ਅਣਜਾਣ। ਜਿਵੇਂ ਕੋਈ ਬੱਚਾ ਹੁੰਦਾ ਹੈ, ਆਪਣੇ ਆਪ ਨੂੰ ਜਾਂ ਕਿਸੇ ਜੀਵ ਨੂੰ ਵੀ ਸਮਝਾਉਣ ਵਾਸਤੇ ਫਰਮਾਨ ਕਰਦੇ ਹਨ ਕਿ ਹੇ ਗੁਣਹੀਨ ਮਨੁੱਖ, ਹੇ ਇਆਣੇ ਅਣਜਾਣ ਮਨੁੱਖ, ਸੋ ਪ੍ਰਭ ਸਦਾ ਸੰਭਾਲ। ਉਸ ਪ੍ਰਮਾਤਮਾ ਨੂੰ, ਉਸ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖ। ਸੰਭਾਲ ਦਾ ਮਤਲਬ ਹੈ ਕਿਸੇ ਦੀ ਸੰਭਾਲ ਕਰਨਾ, ਚੇਤੇ ਰੱਖਣਾ, ਯਾਦ ਰੱਖਣਾ। ਇੱਥੇ ਮਨੁੱਖ ਜਿਤਨਾ ਮਰਜੀ ਦੁਨਿਆਵੀ ਤੌਰ ਤੇ ਚਤੁਰ, ਚਲਾਕ, ਚੁਸਤ ਹੋਵੇ, ਚੇਤੇ ਰੱਖਣਾ ਗੁਰਬਾਣੀ ਨੇ ਉਹਨੂੰ ਨਿਰਗੁਣੀ ਅਤੇ ਇਆਣਾ ਕਹਿ ਕੇ ਹੀ ਸੰਬੋਧਨ ਕੀਤਾ ਹੈ। ਕਿਉਂਕਿ ਗੁਰ ਕੀ ਮੱਤ ਤੂੰ ਲੇਹ ਇਆਣੇ, ਭਗਤ ਬਿਨਾ ਬੋ ਡੂਬੇ ਸਿਆਣੇ। ਜਿਆਦੇ ਸਿਆਣੇ ਲੋਕ ਕਈ ਵਾਰੀ ਕੀ ਹੁੰਦੇ ਨੇ ਕਿ ਭਗਤੀ ਤੋਂ ਟੁੱਟ ਜਾਂਦੇ ਨੇ, ਉਹਨਾਂ ਅੰਦਰ ਹੰਕਾਰ ਆ ਜਾਂਦਾ ਹੈ ਤੇ ਉਹ ਫਿਰ ਦੁਨਿਆਵੀ ਤੌਰ ਤੇ ਡੁੱਬ ਕੇ ਸੰਸਾਰ ਸਮੁੰਦਰ ਦੇ ਵਿੱਚ ਇੱਥੇ ਹੀ ਗਰਕ ਹੋ ਜਾਂਦੇ ਨੇ। ਇੱਥੇ ਹੀ ਉਹਨਾਂ ਦਾ ਜਿਹੜਾ ਹੈ ਇੱਥੇ ਹੀ ਬੰਧਨਾਂ ਦੇ ਵਿੱਚ ਵੱਜ ਕੇ ਰਹਿ ਜਾਂਦੇ ਨੇ। ਪਰ ਬਾਣੀ ਸਾਨੂੰ ਇਹਨਾਂ ਬੰਧਨਾਂ ਤੋਂ ਛਡਾਉਣ ਦਾ ਪੂਰਾ ਜਿਹੜਾ ਹੈ ਸਾਨੂੰ ਰਾਹ ਦੱਸਦੀ ਹੈ। ਉਹ ਸਾਡੀ ਮਰਜ਼ੀ ਉਸ ਰਾਹ ਤੇ ਚੱਲਣਾ ਕਿ ਨਹੀਂ। ਫਰਮਾਨ ਕਰਦੇ ਹਨ, ਨਿਰਗੁਣ ਯਾਰ ਇਆਨਿਆ, ਹੇ ਨਿਰਗੁਣ ਮਨੁੱਖ, ਗੁਣਹੀਨ ਮਨੁੱਖ, ਇਆਣੇ ਮਨੁੱਖ, ਉਸ ਪਰਮਾਤਮਾ ਨੂੰ ਸਦਾ ਚੇਤੇ ਰੱਖ। ਜਿਨ ਕੀਆ ਤਿਸ ਚੀਤ ਰੱਖ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਉਸ ਨੂੰ ਚੇਤੇ ਰੱਖ। ਨਾਨਕ ਨਿਭਹੀ ਨਾਲ, ਉਹ ਤੇਰੇ ਨਾਲ ਤੇਰਾ ਸਾਥ ਨਿਭਾਵੇਗਾ। ਉਹ ਪਰਮਾਤਮਾ ਤੇਰੇ ਨਾਲ ਓੜਕ ਤੱਕ ਨਿਭੇਗਾ, ਲੋਕ ਤੱਕ ਵੀ ਤੇ ਪਰਲੋਕ ਤੱਕ ਵੀ। ਅੱਗੇ ਅਸ਼ਟਪਦੀ ਸ਼ੁਰੂ ਹੁੰਦੀ ਹੈ। ਸਤਿਗੁਰ ਜੀ ਫਰਮਾਨ ਕਰਦੇ ਹਨ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਰਮਈਆ ਦਾ ਮਤਲਬ ਹੈ ਰਮਿਆ ਹੋਇਆ, ਜਿਹੜਾ ਕਣ ਕਣ ਵਿੱਚ ਰਮਿਆ ਪਿਆ ਹੈ। ਰਮਈਆ ਕੇ ਗੁਣ ਚੇਤ ਪ੍ਰਾਣੀ, ਉਹ ਪ੍ਰਾਣੀ, ਇਹਨੂੰ ਪ੍ਰਾਣੀ ਤਾਂ ਕਹਿੰਦੇ ਨੇ। ਵੈਸੇ ਪ੍ਰਾਣ ਮਤਲਬ ਸਵਾਸ, ਕਿਉਂਕਿ ਪ੍ਰਾਣੀ ਉਨਾ ਚਿਰ ਹੀ ਜਿਉਂਦਾ ਹੈ ਨਾ ਜਿੰਨਾ ਚਿਰ ਇਹਦੇ ਸਵਾਸ ਚੱਲਦੇ ਨੇ। ਇਹਨਾਂ ਪ੍ਰਾਣਾਂ ਦੇ ਕਰਕੇ ਹੀ ਇਸ ਮਨੁੱਖ ਨੂੰ ਪ੍ਰਾਣੀ ਕਹਿ ਕੇ ਵੀ ਜਿਹੜਾ ਸੰਬੋਧਨ ਕੀਤਾ ਜਾਂਦਾ ਹੈ। ਫਰਮਾਨ ਕਰਦੇ ਹਨ, ਰਮਈਆ ਕੇ ਗੁਣ ਚੇਤ ਪ੍ਰਾਣੀ, ਹੇ ਮਨੁੱਖ, ਜਿਹੜਾ ਕਣ ਕਣ ਵਿੱਚ ਪ੍ਰਮਾਤਮਾ ਵਸਿਆ ਹੋਇਆ ਉਹਨੂੰ ਹਮੇਸ਼ਾ ਚੇਤੇ ਰੱਖ। ਕਵਨ ਮੂਲ, ਵੇਖ ਕਿਸ ਮੁੱਢ ਤੋਂ ਤੈਨੂੰ ਕਿਹੋ ਜਿਹਾ ਸੋਹਣਾ ਬਣਾ ਕੇ ਵਿਖਾਇਆ। ਤੇ ਕਵਨ ਦ੍ਰਿਸ਼ਟਾਨੀ, ਤੇਰਾ ਕਿਵੇਂ ਦਾ ਮੁੱਢ ਸੀ ਤੇ ਕਿਵੇਂ ਦਾ ਤੈਨੂੰ ਵੇਖ ਬਣਾ ਕੇ ਇਸ ਦੁਨੀਆ ਦੇ ਤੈਨੂੰ ਦਰਸ਼ਨ ਕਰਵਾਏ ਨੇ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹੇ ਜਿਨੇ ਉਬਾਰਿਆ। ਫਰਮਾਨ ਕਰਦੇ ਹਨ ਕਿ ਜਿਸ ਪ੍ਰਮਾਤਮਾ ਨੇ ਤੈਨੂੰ ਸਾਜਿਆ, ਬਣਾਇਆ, ਸਵਾਰਿਆ, ਕਿੰਨੇ ਸੋਹਣੇ ਤੈਨੂੰ ਅੱਖਾਂ, ਨੱਕ, ਹੱਥ, ਕੰਨ, ਹੱਥ ਪੈਰ, ਕਿਤਨਾ ਸੁੰਦਰ ਤੈਨੂੰ ਸਰੀਰ ਦੇ ਕਰਕੇ ਨਵਾਜਿਆ ਹੈ। ਜਿਨੇ ਤੇਰਾ ਇਤਨਾ ਸੋਹਣਾ ਤੇਰੀ ਬਣਤਰ ਬਣਾਈ ਹੈ। ਤੇ ਅਗਲਾ ਬਚਨ ਕਹਿਣ ਲੱਗੇ, ਗਰਭ ਅਗਨ ਮਹੀ ਜਿਨੇ ਉਬਾਰਿਆ। ਇੰਨਾ ਹੀ ਨਹੀਂ, ਉਸ ਪਰਮਾਤਮਾ ਨੇ ਇੱਕ ਮਾਤਾ ਦੇ ਪੇਟ ਦੀ ਗਰਭ ਦੀ ਅਗਨੀ ਦੇ ਵਿੱਚੋਂ ਵੀ ਤੈਨੂੰ ਬਚਾਇਆ। ਚੇਤੇ ਰੱਖਣਾ, ਉਸ ਪਰਮਾਤਮਾ ਦੇ ਨਾਲ ਲਿਵ ਜੁੜੀ ਹੋਣ ਕਰਕੇ ਮਨੁੱਖ ਇੱਕ ਬਲਦੀ ਅੱਗ ਦੇ ਵਿੱਚ ਵੀ ਜਿਉਂਦਾ ਰਹਿੰਦਾ ਹੈ। ਪਰ ਜਿਵੇਂ ਹੀ ਮਨੁੱਖ ਦਾ ਜਨਮ ਹੁੰਦਾ ਹੈ, ਲਿਵ ਛੁਡਕੀ ਲੱਗੀ ਤ੍ਰਿਸ਼ਨਾ, ਫਿਰ ਮਾਇਆ ਅਮਰ ਵਰਤਾਇਆ, ਇੱਕ ਅਣਦਿਖਦੀ ਹੋਈ ਅੱਗ ਦੇ ਵਿੱਚ ਸੜਨਾ ਸ਼ੁਰੂ ਕਰ ਦਿੰਦਾ ਹੈ। ਪ੍ਰਤੱਖ ਅੱਗ ਤੋਂ ਤੇ ਪ੍ਰਮਾਤਮਾ ਨੇ ਬਚਾ ਲਿਆ, ਪਰ ਜਿਹੜੀ ਇਹ ਪ੍ਰਤੱਖ ਅਗਨੀ ਹੈ ਉਹਦੇ ਵਿੱਚ ਮਨੁੱਖ ਫਿਰ ਸਾਰੀ ਉਮਰ ਇਹਨਾਂ ਵਾਸਨਾਵਾਂ, ਇਹਨਾਂ ਤ੍ਰਿਸ਼ਨਾ ਦੀ ਅਗਨੀ ਵਿੱਚ ਬਲਦਾ ਹੈ। ਫਰਮਾਨ ਕਰਦੇ ਹਨ, ਉਸ ਪ੍ਰਮਾਤਮਾ ਨੇ ਤੈਨੂੰ ਮਾਤਾ ਦੇ ਗਰਭ ਦੀ ਅਗਨੀ ਤੋਂ ਵੀ ਬਚਾਇਆ। ਗਰਭ ਅਗਨਮਹੀ ਜਿਨੇ ਉਬਾਰਿਆ, ਉਬਾਰਿਆ ਦਾ ਮਤਲਬ ਹੈ ਬਚਾਉਣਾ।
ਅਗਲਾ ਬਚਨ ਹੈ ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਕਹਿੰਦਾ ਇੰਨਾ ਹੀ ਨਹੀਂ, ਸਤਿਗੁਰ ਜੀ ਫਰਮਾਨ ਕਰਦੇ ਹਨ ਕਿ ਕੇਵਲ ਇਤਨੀ ਹੀ ਬਾਤ ਨਹੀਂ, ਮਾਤਾ ਦੇ ਗਰਭ ਵਿੱਚ ਹੀ ਨਹੀਂ, ਜਿਵੇਂ ਤੇਰਾ ਜਨਮ ਹੋਇਆ ਬਾਰ ਅਵਸਥਾ ਸੀ, ਤੈਨੂੰ ਕੋਈ ਬਾਹਰ ਦੇ ਭੋਜਨ ਪਦਾਰਥ ਪਚ ਨਹੀਂ ਸੀ ਸਕਦੇ, ਤੇਰੇ ਮੂੰਹ ਵਿੱਚ ਦੰਦ ਵੀ ਨਹੀਂ ਸੀ ਕਿ ਤੂੰ ਉਹਨਾਂ ਨੂੰ ਖਾ ਸਕੇ, ਤੇ ਤੇਰੇ ਵਾਸਤੇ ਪ੍ਰਮਾਤਮਾ ਨੇ ਇੱਕ ਪ੍ਰਬੰਧ ਕੀਤਾ, ਤੈਨੂੰ ਦੁੱਧ ਦਾ ਪ੍ਰਬੰਧ ਕਰਕੇ ਦਿੱਤਾ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਹੋ ਪਿਆਰੇ ਮਨੁੱਖ, ਵੇਖ ਉਸ ਪ੍ਰਮਾਤਮਾ ਨੇ ਤੈਨੂੰ ਪਾਲਣ ਦੀ ਕਿੱਡੀ ਵੱਡੀ ਵਿਧ ਬਣਾਈ। ਇੱਕ ਕਿਸੇ ਮਹਾਂਪੁਰਸ਼ਾਂ ਦੇ ਬੜੇ ਸੋਹਣੇ ਬਚਨ ਨੇ, ਜਬ ਦਾਂਤ ਨਹੀਂ ਤਬ ਦੂਧ ਦਿਆ, ਅਬ ਦਾਂਤ ਦੀਏ ਘਰ ਰਿਜਕ ਨਾ ਦੇ ਹੈ। ਕਈ ਵਾਰੀ ਅਸੀਂ ਡਰ ਜਾਂਦੇ ਹਾਂ ਨਾ ਵੀ ਪਤਾ ਨਹੀਂ ਵੀ ਆਹ ਕੰਮ ਹੋ ਜੇ, ਕਿਤੇ ਭੁੱਖੇ ਹੀ ਨਾ ਮਰ ਜਾਈਏ। ਕਈ ਵਾਰੀ ਇਹ ਮਨੁੱਖ ਦੇ ਅੰਦਰ ਇਹ ਬਿਰਤੀ ਆ ਜਾਂਦੀ ਹੈ, ਪਰ ਚੇਤੇ ਰੱਖਣਾ ਉਸ ਪ੍ਰਮਾਤਮਾ ਦੇ ਦਰ ਤੇ ਕਹਿਣ ਲੱਗੇ ਜਦੋਂ ਦੰਦ ਨਹੀਂ ਸੀ ਉਦੋਂ ਤੇਰੇ ਵਾਸਤੇ ਦੁੱਧ ਦਾ ਪ੍ਰਬੰਧ ਕਰ ਦਿੱਤਾ, ਹੁਣ ਜੇ ਪ੍ਰਮਾਤਮਾ ਨੇ ਤੈਨੂੰ ਦੰਦ ਦਿੱਤੇ ਨੇ ਤਾਂ ਕੀ ਤੈਨੂੰ ਰਿਜ਼ਕ ਨਹੀਂ ਦੇਗਾ? ਇੰਨਾ ਭਰੋਸਾ ਤੋੜਨਾ। ਬਾਹਰ ਵਿਵਸਥਾ ਤੁਝੇ ਪਿਆਰੇ ਦੂਧ, ਹੋ ਪਿਆਰੇ ਮਿੱਤਰ, ਜਦੋਂ ਤੂੰ ਬਿਲਕੁਲ ਛੋਟਾ ਬਾਲ ਅਵਸਥਾ ਵਿੱਚ ਸੀ ਤੇਰੇ ਵਾਸਤੇ ਦੁੱਧ ਦਾ ਪ੍ਰਬੰਧ ਕੀਤਾ ਪ੍ਰਮਾਤਮਾ ਨੇ। ਅਗਲਾ ਬਚਨ ਕਹਿਣ ਲੱਗੇ ਭਰ ਜੋਬਨ, ਜਦੋਂ ਤੇਰੇ ਤੇ ਭਰ ਜਵਾਨੀ ਆਈ, ਭੋਜਨ ਸੁਖ ਸੂਦ, ਸੂਦ ਦਾ ਮਤਲਬ ਹੈ ਸੂਝ ਹੋਣੀ, ਕਿਸੇ ਚੀਜ਼ ਦੀ ਸਮਝ ਹੋਣੀ, ਤੇਰੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਭੋਜਨ ਅਤੇ ਸੁੱਖ ਸੁਵਿਧਾਵਾਂ ਦੀ ਸੋਝੀ ਤੈਨੂੰ ਬਖਸ਼ੀ। ਇਹ ਸੋਝੀ ਪ੍ਰਮਾਤਮਾ ਦੇ ਦਿੱਤੇ ਹੀ ਆਉਂਦੀ ਹੈ ਜੀ, ਨਹੀਂ ਤਾਂ ਬੜੇ ਲੋਕ ਐਸੇ ਨੇ ਜਿਹੜੇ ਸੋਝੀ ਤੋਂ ਹੀਣੇ ਹੋ ਕੇ ਗੰਦਗੀ ਵਿੱਚ ਲਿਟਦੇ ਫਿਰਦੇ ਨੇ। ਇਹ ਪ੍ਰਮਾਤਮਾ ਸੋਝੀ ਬਖਸ਼ਦਾ ਤੇ ਸੁੱਖ ਭੋਗਣ ਦੀ ਅਕਲ ਆਉਂਦੀ ਮਨੁੱਖ ਨੂੰ। ਫਰਮਾਨ ਕਰਦੇ ਨੇ ਭਰ ਜੋਬਨ, ਜਦੋਂ ਤੇਰੇ ਤੇ ਜਵਾਨੀ ਦਾ ਸਮਾਂ ਆਇਆ ਤੇਰੇ ਵਾਸਤੇ ਪ੍ਰਮਾਤਮਾ ਨੇ ਭੋਜਨ ਸੁੱਖ, ਕਿੰਨੇ ਤਰ੍ਹਾਂ ਦੇ ਭੋਜਨ ਬਣਾਏ, ਕਿੰਨੇ ਤਰ੍ਹਾਂ ਦੇ ਸੁੱਖ ਪੈਦਾ ਕੀਤੇ, ਤੇ ਨਾਲ ਸੂਦ, ਸੂਦ ਦਾ ਮਤਲਬ ਹੈ ਸੋਝੀ ਵੀ ਬਖਸ਼ੀ, ਅਕਲ ਵੀ ਤੈਨੂੰ ਬਖਸ਼ੀ। ਇਸ ਤੋਂ ਅਗਲਾ ਬਚਨ ਬਿਰਦ ਭਇਆ ਉਪਰ ਸਾਕ ਸੈਨ, ਮੁਖੀ ਪਿਆਓ ਬੈਠ ਕੋ ਦੇਨ। ਕਹਿਣ ਲੱਗੇ ਇੱਥੇ ਹੀ ਬਸ ਨਹੀਂ, ਬਚਪਨ, ਪਹਿਲਾਂ ਗਰਭ ਅਵਸਥਾ ਦੀ ਗੱਲ ਕੀਤੀ, ਫਿਰ ਬਚਪਨ ਦੀ ਗੱਲ ਕੀਤੀ, ਫਿਰ ਜਵਾਨੀ ਦੀ ਗੱਲ ਕੀਤੀ, ਇਸ ਤੋਂ ਅਗਲੀ ਅਵਸਥਾ ਬਿਰਧ ਅਵਸਥਾ। ਕਹਿਣ ਲੱਗੇ ਜਦੋਂ ਤੂੰ ਬੁੱਢਾ ਹੋ ਗਿਆ, ਬਿਰਧ ਭਇਆ, ਜਦੋਂ ਤੇਰੇ ਤੇ ਬੁਢੇਪਾ ਆਇਆ, ਉੱਪਰ ਸਾਕ ਸੈਨ, ਸਾਕ ਸੈਨ ਦਾ ਮਤਲਬ ਹੈ ਸੱਜਣ ਮਿੱਤਰ ਰਿਸ਼ਤੇਦਾਰ, ਤੇਰੇ ਉੱਪਰ ਰਿਸ਼ਤੇਦਾਰ ਤੇਰੀ ਸੇਵਾ ਕਰਨ ਵਾਸਤੇ ਖੜੇ ਨੇ। ਇਹ ਬਣਤਰ ਹੀ ਬਣਾਈ ਹੈ ਨਾ ਪ੍ਰਮਾਤਮਾ ਨੇ, ਇੱਕ ਦੂਜੇ ਦੇ ਨਾਲ ਮੋਹ ਦੀਆਂ ਤੰਦਾਂ ਦੇ ਨਾਲ, ਪਿਆਰ ਦੀਆਂ ਤੰਦਾਂ ਨਾਲ ਇੱਕ ਪਰਿਵਾਰ ਦੇ ਰੂਪ 'ਚ ਸਭ ਨੂੰ ਬੰਨ੍ਹਿਆ ਹੈ। ਚੇਤੇ ਰੱਖਣਾ, ਦੁਨੀਆ ਲੋਕ ਤਾਂ ਕਿਤਨੇ ਤੁਰੇ ਫਿਰਦੇ ਨੇ, ਸਾਰਿਆਂ ਨਾਲ ਪਰਿਵਾਰ ਨਹੀਂ ਬਣਦਾ। ਪਰਿਵਾਰ ਉਹ ਹੁੰਦਾ ਜਿਹੜਾ ਆਪਣੇ ਬਜ਼ੁਰਗਾਂ ਦੀ, ਆਪਣੇ ਘਰ ਦੇ ਜੀਆਂ ਦੀ ਦੇਖਭਾਲ ਕਰੇ, ਤੇ ਪ੍ਰਮਾਤਮਾ ਨੇ ਵਿਧ ਬਣਾਈ ਹੈ, ਹਰ ਇੱਕ ਜੀਵ ਕਰਦਾ ਹੈ। ਜਿਸ ਵੇਲੇ ਮਨੁੱਖ ਨੂੰ ਕਿਹਾ ਕਿ ਤੂੰ ਬਜ਼ੁਰਗ ਹੋਇਆ, ਬਿਰਧ ਹੋਇਆ, ਕਿਤਨੇ ਰਿਸ਼ਤੇਦਾਰ, ਸਕੇ ਸੰਬੰਧੀ, ਮਿੱਤਰ, ਬੱਚੇ ਤੇਰੀ ਸੇਵਾ ਵਾਸਤੇ ਤੇਰੇ ਉੱਤੇ ਖੜੇ ਕਰ ਦਿੱਤੇ। ਤੇ ਇੱਥੇ ਹੀ ਬਸ ਨਹੀਂ, ਮੁਖ ਅਪਿਆਓ, ਅਪਿਆਓ ਦਾ ਮਤਲਬ ਹੈ ਕਿਸੇ ਚੀਜ਼ ਦੇ ਮੂੰਹ ਦੇ ਵਿੱਚ ਕੋਈ ਚੀਜ਼ ਪਾਉਣੀ। ਕਹਿਣ ਲੱਗੇ ਤੇਰੇ ਮੁਖ ਦੇ ਵਿੱਚ ਅਪਿਆਓ ਭਾਵ ਪਾਣੀ, ਤੇਰੇ ਮੂੰਹ ਵਿੱਚ ਚੰਗਾ ਭੋਜਨ, ਬੈਠ ਕੋ ਦੈਨ, ਤੈਨੂੰ ਬੈਠੇ ਨੂੰ ਚੰਗਾ ਭੋਜਨ, ਚੰਗਾ ਜਿਹੜਾ ਤੇਰੀ ਸੇਵਾ ਵੀ ਕਰਦੇ ਨੇ। ਕਿਤਨੀ ਸੋਹਣੀ ਬਣਤਰ ਹੈ। ਤਿੰਨੇ ਚਾਰੇ ਅਵਸਥਾਵਾਂ ਸਤਿਗੁਰਾਂ ਨੇ ਗਿਣੀਆਂ। ਤੈਨੂੰ ਗਰਭ ਅਵਸਥਾ ਵਿੱਚ ਸੰਭਾਲਿਆ, ਤੈਨੂੰ ਬਚਪਨ ਵਿੱਚ ਸੰਭਾਲਿਆ, ਤੈਨੂੰ ਜਵਾਨੀ ਵਿੱਚ ਪ੍ਰਮਾਤਮਾ ਨੇ ਸੰਭਾਲਿਆ, ਤੇਰੇ ਬਿਰਧ ਅਵਸਥਾ ਦੇ ਵਿੱਚ ਇਹੋ ਜਿਹੀ ਬਣਤਰ ਬਣਾਈ ਕਿ ਤੈਨੂੰ ਉਸ ਪ੍ਰਮਾਤਮਾ ਨੇ ਉੱਥੇ ਵੀ ਸੰਭਾਲ, 2 ਵਕਤ ਦੀ ਰੋਟੀ ਮੰਜੇ ਤੇ ਬੈਠੇ ਨੂੰ ਤੈਨੂੰ ਦਿੱਤੀ, ਬਖਸ਼ੀ, ਕੋਈ ਵਿਧ ਬਣਾਈ ਚਾਹੇ। ਤੇ ਅਖੀਰ ਵਿੱਚ ਫਰਮਾਨ ਕਰਦੇ ਨੇ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਕਹਿਣ ਲੱਗੇ ਹੇ ਵਾਹਿਗੁਰੂ, ਇਹ ਨਿਰਗੁਣ, ਇਹ ਗੁਣਹੀਨ ਮਨੁੱਖ ਗੁਣ ਕਛੂ ਨਾ ਬੂਝੇ, ਤੇਰੇ ਗੁਣ ਜਾਣਦਾ ਹੀ ਨਹੀਂ, ਤੇਰੇ ਗੁਣ ਹੀ ਨਹੀਂ ਸਮਝ ਸਕਦਾ। ਇਹ ਤਾਂ ਕਹਿੰਦਾ ਮੈਂ ਕਰਦਾ ਤੇ ਤਾਂ ਕੁਝ ਹੁੰਦਾ,
ਚੇਤੇ ਰੱਖਣਾ, ਸਾਡੇ ਕੀਤਿਆਂ ਅਸੀਂ ਤੇ ਇੱਕ ਸਵਾਸ ਨਹੀਂ ਅਗਲਾ ਲੈ ਸਕਦੇ, ਪੈਰ ਪੱਟਣਾ ਵੀ ਅਜੇ ਗੱਲ ਵੱਡੀ ਹੋ ਜਾਂਦੀ ਹੈ। ਇੱਕ ਸਵਾਸ ਤੇ ਮੋਹਰ ਲੱਗਦੀ ਹੈ, ਅਗਲਾ ਸਵਾਸ ਸਾਡੇ ਤੱਕ ਤਾਂ ਪਹੁੰਚਦਾ ਹੈ। ਇੱਕ ਛੋਟੀ ਜੀ ਸਾਖੀ, ਕੋਈ ਸਾਧੂ ਮਹਾਤਮਾ ਕਿਤੇ ਬੈਠਾ ਭਗਤੀ ਕਰਨ, ਕੋਈ ਇਨਸਾਨ ਆਇਆ, ਉਹ ਇਨਸਾਨ ਆਣ ਕੇ ਉਹਨੂੰ ਕਹਿਣ ਲੱਗਾ ਕਿ ਤੂੰ ਬੜਾ ਇੰਨੇ ਸਾਲ ਹੋ ਗਏ ਭਗਤੀ ਕਰਦੇ ਨੂੰ, ਰੱਬ ਤਾਂ ਤੈਨੂੰ ਮਿਲਿਆ ਹੀ ਨਹੀਂ। ਉਹ ਸਾਧੂ ਦੇ ਮਨ 'ਚ ਵੀ ਸ਼ੰਕਾ ਉੱਠ ਖੜੀ ਵੀ ਕਮਾਲ ਹੋ ਗਈ, ਗੱਲ ਪੱਕੀ ਹੈ, ਇੰਨੇ ਸਾਲ ਹੋ ਗਏ ਭਗਤੀ ਕਰਦੇ ਨੂੰ, ਰੱਬ ਨਹੀਂ ਮਿਲਿਆ। ਉਹਨੇ ਅਗਲੇ ਦਿਨ ਭਗਤੀ ਤੇ ਆਇਆ ਹੀ ਨਾ, ਬੈਠੇ ਹੀ ਨਾ, ਉਹਨੇ ਛੱਡ ਦਿੱਤੀ। ਇੱਕ ਦੋ ਦਿਨ ਬੀਤੇ, ਇੱਕ ਦਿਨ ਸੱਚੀ ਪਰਮਾਤਮਾ ਪ੍ਰਗਟ ਹੋ ਗਿਆ। ਉਹਨੂੰ ਭਗਤ ਨੂੰ ਕਹਿਣ ਲੱਗਾ, ਭਾਈ ਤੂੰ ਭਗਤੀ ਕਰਨੀ ਕਿਉਂ ਛੱਡ ਦਿੱਤੀ, ਨਾਮ ਜਪਣਾ ਕਿਉਂ ਛੱਡਿਆ? ਉਹ ਕਹਿਣ ਲੱਗੇ, ਕੀ ਕਰਦਾ ਸਤਿਗੁਰੂ ਜੀ, ਤੁਸੀਂ ਤਾਂ ਦਰਸ਼ਨ ਹੀ ਨਹੀਂ ਦਿੱਤੇ ਜਦੋਂ ਭਗਤੀ ਕਰਦਾ ਸੀ। ਉਹ ਕਹਿਣ ਲੱਗੇ, ਭਲੇ ਮਾਨਸ, ਕੇਵਲ ਤੇ ਕੇਵਲ ਮੇਰੇ ਦਰਸ਼ਨਾਂ ਦੀ ਗੱਲ ਨਹੀਂ, ਅਸਲ ਦੇ ਵਿੱਚ ਜਦੋਂ ਤੂੰ ਇੱਕ ਵਾਰੀ ਅੱਲਾ ਕਹਿੰਦਾ ਸੀ, ਜਦੋਂ ਤੂੰ ਦੁਬਾਰਾ ਦੂਸਰੀ ਵਾਰ ਅੱਲਾ ਕਹਿਣਾ ਤੇ ਮੇਰੀ ਮੋਹਰ ਲੱਗਦੀ ਸੀ ਤੇ ਤੈਨੂੰ ਅੱਲਾ ਕਹਿਣ ਦੀ ਸੋਝੀ ਮਿਲਦੀ ਸੀ। ਜਿੱਦਣ ਤੇਰੇ ਅੰਦਰ ਸ਼ੰਕਾ ਪੈਦਾ ਹੋ ਗਈ, ਮੋਹਰਾਂ ਲੱਗਣੀਆਂ ਬੰਦ ਹੋ ਗਈਆਂ, ਨਾਲ ਦੀ ਨਾਲ ਤੂੰ ਇਸ ਕੰਮ ਨੂੰ ਛੱਡ ਕੇ ਹੋਰ ਪਾਸੇ ਲੱਗ ਗਿਆ। ਚੇਤੇ ਰੱਖਣਾ, ਅਸੀਂ ਕਹਿੰਦੇ ਆ ਕਿ ਸਾਨੂੰ ਦੇ ਕੀ ਰਿਹਾ, ਆ ਜਿਹੜਾ ਅਸੀਂ ਇਦੂ ਅਗਲਾ ਸਵਾਸ ਲੈਣਾ ਹੈ ਨਾ, ਇਹ ਵੀ ਪ੍ਰਮਾਤਮਾ ਦੇ ਰਿਹਾ। ਕਹਿਣ ਲੱਗੇ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਇਹ ਗੁਣਹੀਨ ਮਨੁੱਖ ਪ੍ਰਮਾਤਮਾ ਦੇ ਗੁਣਾਂ ਨੂੰ ਸਮਝ ਹੀ ਨਹੀਂ ਸਕਦਾ, ਸਮਝ ਹੀ ਨਹੀਂ ਪਾਇਆ ਕਿ ਮੈਨੂੰ ਕਿੰਨਾ ਕੁਝ ਪ੍ਰਮਾਤਮਾ ਦੇ ਰਿਹਾ। ਤੇ ਅਖੀਰ ਵਿੱਚ ਕਹਿਣ ਲੱਗੇ, ਬਖਸ਼ ਲਿਹੋ ਤੋ ਨਾਨਕ ਸਿਜੈ। ਕਹਿਣ ਲੱਗੇ, ਹੇ ਵਾਹਿਗੁਰੂ, ਇੱਕ ਕਿਰਪਾ ਕਰ, ਤੂੰ ਆਪ ਹੀ ਮਿਹਰ ਕਰਕੇ, ਆਪ ਹੀ ਕਿਰਪਾ ਕਰਕੇ ਇਸ ਗੁਣਹੀਨ ਨੂੰ, ਮਨੁੱਖ ਨੂੰ ਬਖਸ਼ ਲੈ। ਇਹਦੇ ਕੋਲੋਂ ਬਖਸ਼ਾਉਣ ਦਾ ਕੋਈ ਵੀ ਸਾਧਨ ਨਹੀਂ। ਸਤਿਗੁਰੂ ਜੀ ਕਿਰਪਾ